ਤੇ ਉਹਦੇ ਵੱਲ ਦੇਖ ਕੇ ਫਿਰ ਹੋਰ ਚੇਟਕ ਲੱਗੀ। ਫਿਰ ਪੰਜਾਬ ਪਿੰਡ ਦੇ ਸਕੂਲ ਦੇ ਵਿੱਚ ਅਸੀਂ ਮਿਹਨਤ ਕਰਨੀ ਸਾਰਿਆਂ ਨੇ ਇਕੱਠੇ ਹੋ ਕੇ ਜੀ। ਬਸ ਫਿਰ ਇੱਦਾਂ ਬਣਦੇ ਬਣਦੇ ਪਿੰਡ ਦੀ ਟੀਮ ਬਣ ਗਈ ਹੈ। ਦੂਲ ਸਿੰਘ ਰੰਧਾਵਾ ਸਾਹਿਬ ਹੁੰਦੇ ਸੀ ਕੋਚ, ਜਿਨ੍ਹਾਂ ਨੇ ਬਹੁਤ ਦੇਣ ਆ ਕਬੱਡੀ ਨੂੰ, ਜਿਹਨੇ ਤਕਰੀਬਨ ਜਿੰਨੇ ਵੀ ਵਧੀਆ ਵਧੀਆ ਪਲੇਅਰ ਆ ਸਾਰੇ ਉਹਨਾਂ ਦੇ ਹੱਥਾਂ ਵਿੱਚੋਂ ਨਿਕਲ ਕੇ ਗਏ ਆ। ਸੋ ਮੈਂ ਵੀ ਉਹਨਾਂ ਦੇ ਹੱਥਾਂ ਵਿੱਚ ਇੱਕ ਨਿਕਲਿਆ। ਉਹਨਾਂ ਨੇ ਮੈਨੂੰ ਮੌਕਾ ਦਿੱਤਾ ਖੇਡਣ ਦਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਨਵਤੇਜ ਰੰਧਾਵਾ ਤੁਹਾਡੇ ਲਈ ਸਪੈਸ਼ਲ ਰਿਪੋਰਟ ਲੈ ਕੇ ਅੱਜ ਹਾਜ਼ਰ ਹੋਇਆ, ਜਿੱਥੇ ਆਪਾਂ ਜਾਣਦੇ ਹਾਂ ਪੰਜਾਬ ਦੀ ਮਾਂ ਖੇਡ ਕਬੱਡੀ ਜਿਹੜੀ ਆ ਸਾਡੇ ਸਾਰੀਆਂ ਖੇਡਾਂ ਦੇ ਨਾਲ ਜਿਨ੍ਹਾਂ ਨਾਲ ਪੰਜਾਬੀ ਜੁੜੇ ਹੋਏ ਆ, ਭਾਵੇਂ ਹਾਕੀ ਹੋਵੇ ਭਾਵੇਂ ਫੁੱਟਬਾਲ ਹੋਵੇ, ਇਹਨਾਂ ਸਾਰਿਆਂ ਦੇ ਵਿੱਚੋਂ ਸਭ ਤੋਂ ਵੱਧ ਮਹੱਤਤਾ ਜਿਹੜੀ ਆ ਉਹ ਪੰਜਾਬੀ ਜਿੱਥੇ ਵੀ ਗਏ ਆ ਉੱਥੇ ਇਸ ਸਪੋਰਟਸ ਨੂੰ ਨਾਲ ਹੀ ਲੈ ਗਏ ਆ। ਮਾਂ ਖੇਡ ਕਬੱਡੀ ਆਪਾਂ ਜਾਣਦੇ ਹਾਂ ਨਿਊਜ਼ੀਲੈਂਡ ਦੇ ਵਿੱਚ ਹੈਮਿਲਟਨ ਤੋਂ ਸ਼ੁਰੂ ਹੋ ਕੇ ਕਬੱਡੀ ਪ੍ਰਫੁੱਲਿਤ ਹੁੰਦੀ, ਆਕਲੈਂਡ ਦੇ ਵਿੱਚ ਬਹੁਤ ਵੱਡੇ ਲੈਵਲ 'ਤੇ ਖੇਡੀ ਗਈ। ਪਹਿਲੇ ਟੂਰਨਾਮੈਂਟ ਤੋਂ ਲੈ ਕੇ ਹੁਣ ਤੱਕ ਇੱਕ ਸ਼ਖਸੀਅਤ ਹੈ ਜਿਸ ਨੇ ਕਬੱਡੀ ਨੂੰ ਇੱਥੇ ਸ਼ੁਰੂ ਕੀਤਾ, ਕਬੱਡੀ ਦੇ ਨਾਲ ਹੁਣ ਤੱਕ ਜੁੜੇ ਹੋਏ ਨੇ। ਉਸ ਸ਼ਖਸੀਅਤ ਨੂੰ ਕੱਲ੍ਹ ਨੂੰ ਸਨਮਾਨਿਤ ਕੀਤਾ ਜਾਣਾ। ਨੰਬਰ ਪਲੇਟ ਦੇਖ ਕੇ ਤੁਹਾਨੂੰ ਅੰਦਾਜ਼ਾ ਹੋ ਗਿਆ ਹੋਣਾ ਕਿ ਮੈਂ ਵਰਿੰਦਰ ਸਿੰਘ ਬੈਂਸ ਬਰੇਲੀ ਭਾਜੀ ਪਿੰਡ ਤੱਲਣ ਤੋਂ, ਜਿਹੜੇ ਇੱਥੇ ਨਿਊਜ਼ੀਲੈਂਡ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਵਸੇਵਾ ਕਰ ਰਹੇ ਨੇ, ਉਹਨਾਂ ਦੇ ਘਰ ਆਇਆ ਹੋਇਆ। ਕੱਲ੍ਹ ਨੂੰ ਉਹਨਾਂ ਨੂੰ ਜਿਹੜਾ ਸਪੈਸ਼ਲ ਰੈਕੋਗਨੀਸ਼ਨ ਅਵਾਰਡ ਮਿਲਣਾ, ਬਾਬਾ ਬੋਰਡ ਦਾ ਅਵਾਰਡ ਮਿਲਣਾ। ਆਓ ਉਹਨਾਂ ਨਾਲ ਗੱਲ ਕਰਦੇ ਹਾਂ ਅਤੇ ਗੱਲ ਕਰਾਂਗੇ ਉਹਨਾਂ ਦੇ ਨਾਲ, ਉਹਨਾਂ ਦੇ ਇਸ ਸਫ਼ਰ ਨੂੰ ਲੈ ਕੇ। ਕੱਲ੍ਹ ਨੂੰ ਜਿੱਥੇ ਉਹਨਾਂ ਨੂੰ ਰੈਕਗਨਾਈਜ਼ ਹੋਣਾ, ਉਹਨਾਂ ਦੀਆਂ ਪੈੜਾਂ ਦੀ, ਉਹਨਾਂ ਦੀ ਜਿਹੜੇ ਕਬੱਡੀ ਦੇ ਐਕਸਪੀਰੀਅੰਸਿਸ ਨੇ। ਸੋ ਨੌਕ ਕਰਦੇ ਹਾਂ ਜੀ ਡੋਰ ਦੇ ਉੱਤੇ ਅਤੇ ਆਪਾਂ ਗੱਲ ਕਰਾਂਗੇ ਅੱਜ ਕਬੱਡੀ ਦੇ ਬਾਬਾ ਬੋਰਡ ਜਿਹੜੇ ਵਰਿੰਦਰ ਸਿੰਘ ਬੈਂਸ ਹੋਣਾ ਦੇ ਨਾਲ। ਸਤਿ ਸ਼੍ਰੀ ਅਕਾਲ ਬੈਂਸ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਅਤੇ ਜਿੱਥੇ ਅਸੀਂ ਤੁਹਾਡੇ ਲਈ ਸਪੈਸ਼ਲ ਇਹ ਫੀਚਰ ਕਰਨ ਜਾ ਰਹੇ ਹਾਂ, ਤੁਸੀਂ ਯਾਦ ਰੱਖਣਾ, ਕੱਲ੍ਹ ਦਾ ਦਿਨ ਆਪਣੇ ਲਈ ਕੱਢ ਲੈਣਾ। ਵਰਿੰਦਰ ਸਿੰਘ ਬੈਂਸ ਹੋਣਾ ਦੇ ਨਾਲ ਗੱਲ ਕਰਦੇ ਹਾਂ, ਦੇਖਣਾ। ਸੋ ਜਿੱਥੇ ਆਪਾਂ ਸਾਰੇ ਜਾਣਦੇ ਹਾਂ ਕਿ ਵਰਿੰਦਰ ਸਿੰਘ ਬਰੇਲੀ ਅਤੇ ਅਸੀਂ ਉਹਨਾਂ ਨੂੰ ਹੁਣ ਕਬੱਡੀ 'ਚ ਬੈਂਸ ਸਾਹਿਬ ਕਹਿ ਕੇ ਬੜੇ ਪਿਆਰ ਦੇ ਨਾਲ ਬੁਲਾਉਂਦੇ ਹਾਂ। ਬਰੇਲੀ ਭਾਜੀ, ਸਭ ਤੋਂ ਪਹਿਲਾਂ ਤਾਂ ਮੁਬਾਰਕਾਂ ਕਿ ਤੁਹਾਡਾ ਇਹ ਲੰਬਾ ਸਫ਼ਰ ਕਬੱਡੀ ਦੇ ਨਾਲ ਨਿਊਜ਼ੀਲੈਂਡ ਦੇ ਵਿੱਚ ਨਹੀਂ, ਇੰਡੀਆ ਤੋਂ ਸ਼ੁਰੂ ਹੋਇਆ। ਅੱਜ ਗੱਲ ਉਸ ਦੀ ਵੀ ਆਪਾਂ ਕੁਇਕਲੀ ਕਰਾਂਗੇ, ਪਰ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਰੇਡੀਓ ਸਪਾਈਸ ਦੀ ਟੀਮ ਦੇ ਬਿਹਾਫ ਦੇ ਉੱਤੇ, ਸਾਡੇ ਭਾਈਚਾਰੇ ਦੇ ਬਿਹਾਫ ਦੇ ਉੱਤੇ, ਕਿ ਤੁਸੀਂ ਇੰਨਾ ਲੰਬਾ ਸਫ਼ਰ ਜਿਹੜਾ ਤੈਅ ਕਰਕੇ ਕਬੱਡੀ ਨਾਲ ਹਜੇ ਤੱਕ ਵੀ ਕਬੱਡੀ ਦੇ ਨਾਲ ਜਿਹੜਾ ਜੁੜੇ ਹੋਏ ਆ। ਸੋ ਸਭ ਤੋਂ ਪਹਿਲਾਂ ਮੈਂ ਪੁੱਛੂੰਗਾ ਕਿਵੇਂ ਮਹਿਸੂਸ ਹੋ ਰਿਹਾ ਕਿ ਤੁਹਾਨੂੰ ਰੈਕੋਗਨੀਸ਼ਨ ਮਿਲ ਰਹੀ ਆ। ਆਪਾਂ ਇਹ ਸਫ਼ਰ ਦੀ ਵੀ ਗੱਲ ਕਰਾਂਗੇ, ਪਰ ਹੁਣ ਇਸ ਟਾਈਮ ਕਿਸ ਤਰ੍ਹਾਂ ਦੀ ਫੀਲਿੰਗਸ ਆ? ਸਭ ਤੋਂ ਪਹਿਲਾਂ ਤਾਂ ਰੇਡੀਓ ਸਪਾਈਸ ਦੀ ਪੂਰੀ ਟੀਮ ਨੂੰ, ਨਵਤੇਜ ਜੀ ਤੁਹਾਡਾ ਅਤੇ ਨਵਦੀਪ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਮੇਰੇ ਕੋਲ ਇੱਥੇ ਆਏ ਹੋ, ਤੁਹਾਡਾ ਜੀ ਆਇਆਂ ਨੂੰ। ਅਤੇ ਜਿੱਥੇ ਤੱਕ ਸਫ਼ਰ ਦੀ ਗੱਲ ਕਰੀਏ, ਤੁਹਾਨੂੰ ਪਤਾ ਹੀ ਹੈ ਕਿ ਕਬੱਡੀ ਸਾਡੇ ਹੱਡਾਂ ਵਿੱਚ ਰਚੀ ਹੋਈ ਆ, ਅਤੇ ਬੜਾ ਫ਼ਕਰ ਮਹਿਸੂਸ ਹੋ ਰਿਹਾ ਕਿ ਜੋ ਸਾਨੂੰ ਅੱਜ ਮਾਣ ਸਨਮਾਨ ਮਿਲ ਰਿਹਾ, ਭਰਾਵਾਂ ਨੇ, ਸਾਰਿਆਂ ਨੇ, ਸਾਡੀ ਕਮਿਊਨਿਟੀ ਨੇ, ਸਾਡੀ ਕਬੱਡੀ ਫੈਡਰੇਸ਼ਨ ਨੇ ਇਸ ਯੋਗ ਸਮਝਿਆ। ਅਤੇ ਸੋ ਮੈਂ ਧੰਨਵਾਦ ਕਰਦਾ ਕਬੱਡੀ ਫੈਡਰੇਸ਼ਨ ਦਾ ਵੀ, ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਔਰ ਐਡਾ ਵੱਡਾ ਮਾਣ ਮੈਨੂੰ ਦੇ ਰਹੇ ਆ। ਅਤੇ ਮੈਨੂੰ ਖੁਸ਼ੀ ਹੁੰਦੀ ਵੀ ਜੇ ਤੁਹਾਨੂੰ ਪਤਾ ਹੀ ਇੱਥੇ ਜਿਹੋ ਜਿਹਾ ਮਾਹੌਲ ਚੱਲਦਾ ਆ। ਜੀ। ਸੋ ਜੇ ਆਪਾਂ ਗੱਲ ਕਰੀਏ ਬਰੇਲੀ ਭਾਜੀ, ਕਿ ਤੁਹਾਡਾ ਸਫ਼ਰ ਮੈਂ ਤਸਵੀਰਾਂ ਦੇਖ ਰਿਹਾ ਸੀਗਾ, ਇਹ ਨੈਚੁਰਲੀ ਤੁਹਾਨੂੰ ਜਾਗ ਕਬੱਡੀ ਦਾ ਪੰਜਾਬ ਤੋਂ ਲੱਗਾ ਨਿਊਜ਼ੀਲੈਂਡ ਦੇ ਵਿੱਚ ਆਉਣ ਤੋਂ ਪਹਿਲੋਂ। ਸੋ ਕਿੱਥੋਂ ਆਪਾਂ ਕਬੱਡੀ ਜਿਹੜੀ ਆ ਸ਼ੁਰੂ ਕੀਤੀ? ਨੈਚੁਰਲੀ ਮੈਂ ਦੱਸ ਕੇ ਹਟਿਆ ਸੀ, ਸਾਡੇ ਜਿਹੜੇ ਵਿਊਜ਼ ਆ ਕਿ ਤੱਲਣ ਪਿੰਡ ਤੋਂ ਬਿਲੋਂਗ ਕਰਦੇ ਹੋ, ਅਤੇ ਪਰਿਵਾਰ ਕਿਉਂਕਿ ਫਾਦਰ ਸਾਹਿਬ ਦੀ ਸਰਵਿਸ ਕਰਕੇ ਬਰੇਲੀ ਵੀ ਤੁਸੀਂ ਕਾਫੀ ਦੇਰ ਰਹੇ, ਅਤੇ ਉਸ ਤੋਂ ਬਾਅਦ ਕਬੱਡੀ ਫਿਰ ਮੁੜ ਕੇ ਜਦੋਂ ਪੰਜਾਬ ਆਏ ਉੱਥੋਂ ਫਿਰ ਸ਼ੁਰੂਆਤ ਹੋਈ। ਉਸ ਦੇ ਬਾਰੇ ਜ਼ਰੂਰ ਸਾਡੇ ਜਿਹੜੇ ਵਿਊਜ਼ ਉਹਨਾਂ ਨੂੰ ਜ਼ਰੂਰ ਦੱਸਿਓ।
ਬਿਲਕੁਲ ਜੀ, ਅਸੀਂ 78 ਦੇ ਵਿੱਚ ਤਕਰੀਬਨ ਪੰਜਾਬ ਆਏ ਸੀਗੇ। ਡੈਡੀ ਹੁਣਾਂ ਦੀ ਪੋਸਟਿੰਗ ਹੋਈ ਸੀ ਬਰੇਲੀ ਤੋਂ ਆਦਮਪੁਰ। ਜੀ। ਤੇ ਜਦੋਂ ਪਿੰਡ ਆਏ ਤੇ ਪਿੰਡ ਆ ਕੇ ਰਹਿਣ ਲੱਗੇ, ਤੇ ਉੱਥੇ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਕਬੱਡੀ ਵਗੈਰਾ ਖੇਡਦੇ, ਤੇ ਸਪੋਰਟਸ ਵੱਲ ਨੂੰ ਪਹਿਲਾਂ ਵੀ ਮੇਰਾ ਥੋੜ੍ਹਾ ਧਿਆਨ ਸੀਗਾ। ਜਦੋਂ ਮੈਂ ਪਹਿਲਾਂ ਬਰੇਲੀ ਵੀ ਪੜ੍ਹਦੇ ਹੁੰਦੇ ਸੀਗੇ, ਜੀ। ਸੋ ਪਿੰਡ ਦੇ ਸਕੂਲ ਦੇ ਵਿੱਚ ਪੜ੍ਹਨ ਲੱਗੇ, ਤੇ ਉਦੋਂ ਕਬੱਡੀ ਦਾ ਮਾਹੌਲ ਸੀਗਾ ਪਿੰਡਾਂ ਦੇ ਵਿੱਚ। ਤੇ ਫਿਰ ਪਿੰਡ ਖੇਡਣੀ ਸ਼ੁਰੂ ਕੀਤੀ। ਮੇਰੇ ਨਾਲ ਦੇ ਪਿੰਡ ਦੇ 2 ਮੁੰਡੇ ਹੁੰਦੇ ਸੀਗੇ, ਪਰਸਰਾਮਪੁਰ ਤੋਂ ਪਿੰਦਾ ਤੇ ਚਿੱਤਰ। ਜੀ। ਤੇ ਉਹਨਾਂ ਨੇ ਮੈਨੂੰ ਪਹਿਲੀ ਵਾਰੀ ਉਹ ਵੇਟ ਦੀ ਕਬੱਡੀ 'ਚ ਲੈ ਕੇ ਗਿਆ ਸੀ। ਕਪੂਰ ਪਿੰਡ ਖੇਡਣ ਗਏ ਸੀਗੇ। ਜੀ। ਤੇ ਮੈਨੂੰ ਅੱਜ ਵੀ ਯਾਦ ਆ ਕਿ ਅਸੀਂ ਉੱਥੋਂ ਜਿੱਤ ਕੇ ਆਏ ਸੀ ਫਾਈਨਲ ਮੈਚ, ਤੇ ਉੱਥੋਂ ਮੇਰਾ ਕਬੱਡੀ ਦਾ ਸਫ਼ਰ ਸ਼ੁਰੂ ਹੋਇਆ ਸੀ। ਸੋ ਨੈਚੁਰਲੀ ਦੁਆਬੇ ਦੇ ਆਸ-ਪਾਸ ਤੇ ਦੁਆਬੇ ਦੇ ਵਿੱਚ ਆਪਾਂ ਦੇਖੀਏ ਜਿਹੜੇ ਆਪਾਂ ਖਾਸ ਕਰਕੇ ਫਗਵਾੜੇ ਦੇ ਲਾਗੇ ਬੜੇ ਮਸ਼ਹੂਰ ਪਿੰਡ ਨੇ, ਤੇ ਉਹਨਾਂ ਦੇ ਵਿੱਚੋਂ ਤੁਹਾਡਾ ਵੀ ਪਿੰਡ ਜਿਹੜਾ ਕਬੱਡੀ 'ਚ ਹੁਣ ਤੱਕ ਬਹੁਤ ਤਕੜੇ ਟੂਰਨਾਮੈਂਟ ਕਰਾਉਂਦਾ। ਫਿਰ ਇਸ ਦੇ ਬਾਅਦ ਫਿਰ ਥੋੜ੍ਹਾ ਪ੍ਰੋਫੈਸ਼ਨਲ ਇਸ ਨੂੰ ਸੀਰੀਅਸ ਕਦੋਂ ਲੈਣਾ ਸ਼ੁਰੂ ਕੀਤਾ? ਬਸ ਸਮਝ ਲਓ ਉਦੋਂ ਤੋਂ ਸ਼ੁਰੂ ਹੋਏ ਆ। ਫਿਰ ਹੌਲੀ ਹੌਲੀ ਜਿਵੇਂ ਜਿਵੇਂ ਵੇਟ ਵੱਧਦਾ ਗਿਆ, ਉਵੇਂ ਵੇਟ 'ਚ ਖੇਡਦੇ ਰਹੇ। 55 ਕਿਲੋ, 65 ਕਿਲੋ, ਫਿਰ ਓਪਨ 'ਚ 65 ਕਿਲੋ ਤੋਂ ਬਾਅਦ ਮੇਰਾ ਜਲਦੀ ਹੀ ਭਾਰ ਇੱਕਦਮ ਵੱਧ ਗਿਆ ਸੀਗਾ। ਫਿਰ ਪਿੰਡ ਦੀ ਸਾਡੇ 65 ਕਿਲੋ ਦੇ ਮੁੰਡੇ ਬਹੁਤ ਵਧੀਆ ਪਲੇਅਰ ਸੀਗੇ। ਸਾਡੇ ਲੈਂਬਰ ਹੁੰਦਾ ਸੀਗਾ, ਬਹੁਤ ਵਧੀਆ ਪਲੇਅਰ ਸੀਗਾ। ਅੱਜ ਕੱਲ੍ਹ ਉਹ ਕੈਨੇਡਾ ਦੇ ਵਿੱਚ ਆ, ਇੰਗਲੈਂਡ 'ਚ ਰਾਣੇ ਭਾਜੀ ਨਾਲ ਉਹ ਖੇਡ ਕੇ ਆਇਆ ਸੀ ਬੰਦਾ। ਤੇ ਉਹਦੇ ਵੱਲ ਦੇਖ ਕੇ ਫਿਰ ਹੋਰ ਚੇਟਕ ਲੱਗੀ। ਫਿਰ ਪਿੰਡ ਦੇ ਸਕੂਲ ਦੇ ਵਿੱਚ ਅਸੀਂ ਮਿਹਨਤ ਕਰਨੀ ਸਾਰਿਆਂ ਨੇ ਇਕੱਠੇ ਹੋ ਕੇ। ਬਸ ਫਿਰ ਇੱਦਾਂ ਬਣਦੇ ਬਣਦੇ ਪਿੰਡ ਦੀ ਟੀਮ ਬਣ ਗਈ ਇੱਕ। ਫਿਰ ਸਾਨੂੰ ਇੱਕ ਨਾਲ ਦੇ ਪਿੰਡ ਤੋਂ ਰਾਣੀਪੁਰ ਤੋਂ ਲਾਲੀ ਰਾਣੀਪੁਰੀਆ ਹੁੰਦਾ ਸੀਗਾ, ਉਹ ਸਾਡੇ ਪਿੰਡ ਆਉਂਦਾ ਹੁੰਦਾ ਸੀਗਾ। ਦੁੱਧ ਦਾ ਟਰੱਕ ਹੁੰਦਾ ਸੀ ਉਹਦੇ ਕੋਲ, ਤੇ ਉਹਦੇ ਨਾਲ ਬਸ ਉਹਨੂੰ ਅਸੀਂ ਨਾਲ ਰਲਾ ਲਿਆ, ਤੇ ਸਾਡੀ ਓਪਨ ਦੀ ਟੀਮ ਇੱਕ ਵਧੀਆ ਟੀਮ ਬਣ ਗਈ। ਔਰ ਆਸੇ-ਪਾਸੇ ਪਿੰਡਾਂ ਦੇ ਵਿੱਚ ਸਾਡੀ ਵਧੀਆ ਟੀਮ ਸੀਗੀ, ਸਾਡੀ ਵਧੀਆ ਪਰਫੋਰਮੈਂਸ ਸੀਗੀ ਟੀਮ ਦੇ ਵਿੱਚ। ਔਰ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਉਦੋਂ ਪਿੰਡਾਂ ਦੇ ਵਿੱਚ ਬਹੁਤ ਘੱਟ ਪਲੇਅਰ ਹੁੰਦੇ ਸੀਗੇ। ਸਾਡੇ ਪਿੰਡ ਦੀ ਟੀਮ ਹੁੰਦੀ ਸੀ, ਸਲੇਮਪੁਰ ਦੀ ਟੀਮ ਹੁੰਦੀ ਸੀਗੀ, ਸਾਡੇ ਤੋਂ ਪਹਿਲਾਂ ਭਾਖੜੀ ਵਾਲੇ ਦੀ ਟੀਮ ਹੁੰਦੀ ਸੀਗੀ। ਸੋ ਇਹ ਜਿੱਦਾਂ ਹੌਲੀ-ਹੌਲੀ ਫਿਰ ਤੁਹਾਨੂੰ ਪਤਾ ਹੀ ਹੈ, ਜਦੋਂ ਇੱਕ ਵਾਰੀ ਬੰਦਾ ਇਹਨਾਂ ਚੀਜ਼ਾਂ 'ਚ ਪੈ ਗਿਆ ਤੇ ਫਿਰ ਕਬੱਡੀ ਕਹਿੰਦੇ ਹੁੰਦੇ ਹੱਡਾਂ 'ਚ ਰੱਜ ਜਾਂਦੀ ਆ ਨੈਚੁਰਲੀ। ਅਤੇ ਇਸ ਦੇ ਬਾਅਦ ਫਿਰ ਜਿੱਥੇ ਤੁਸੀਂ ਕਹੀਏ ਕਿ ਜਲੰਧਰ ਲੈਵਲ ਉੱਤੇ ਖੇਡਣਾ ਸ਼ੁਰੂ ਕੀਤਾ, ਮੈਨੂੰ ਪਤਾ ਕਿ ਤੁਸੀਂ ਫਿਰ ਸਟੇਟ ਲੈਵਲ ਤੱਕ ਅਤੇ ਤਕੜੀਆਂ ਜਿਹੜੀਆਂ ਇਲਾਕੇ ਦੀਆਂ ਨਾਮਵਰ ਟੀਮਾਂ ਉਹਨਾਂ ਨਾਲ ਵੀ ਫਿਰ ਜਿਹੜੇ ਤੁਹਾਡੇ ਨੈਚੁਰਲੀ ਰਾਬਤੇ ਜਿਹੜੇ ਜਾਂ ਉਹਨਾਂ ਨੇ ਤੁਹਾਨੂੰ ਸਿਲੈਕਟ ਕਰ ਲਿਆ। ਸੋ ਉਹ ਸਫ਼ਰ ਕਿਸ ਤਰ੍ਹਾਂ ਦਾ? ਉਹ ਐਕਚੁਅਲੀ ਉਦੋਂ ਸ਼ੁਰੂ ਹੋਇਆ ਜਦੋਂ ਅਸੀਂ ਪਹਿਲਾਂ ਤਾਂ ਉਦੋਂ ਆਪਣੇ ਪਿੰਡਾਂ ਦੇ ਮੈਚ ਹੁੰਦੇ ਸੀਗੇ। ਪਿੰਡਾਂ ਤੋਂ ਬਾਅਦ ਫਿਰ ਬਲਾਕ ਲੈਵਲਾਂ ਦੇ ਮੈਚ ਹੁੰਦੇ ਸੀਗੇ। ਬਲਾਕ ਤੋਂ ਬਾਅਦ ਫਿਰ ਇੰਟਰ ਬਲਾਕ ਹੁੰਦੇ ਸੀਗੇ, ਫਿਰ ਜ਼ਿਲ੍ਹਿਆਂ ਦੇ ਵਿੱਚ ਚਲੇ ਜਾਂਦਾ ਸੀਗਾ। ਜਦੋਂ ਅਸੀਂ ਉਹ ਇੰਟਰ ਕੰਪੀਟੀਸ਼ਨ ਖੇਡੇ, ਅਸੀਂ ਇੰਟਰ ਬਲਾਕ ਕੰਪੀਟੀਸ਼ਨ ਖੇਡੇ, ਉਸ ਤੋਂ ਬਾਅਦ ਫਿਰ ਜਿੱਦਾਂ ਕੋਚਾਂ ਦੀ ਨਿਗਾਹ 'ਚ ਚੜ੍ਹੇ ਅਸੀਂ। ਅਤੇ ਫਿਰ ਸਾਡੇ ਜਲੰਧਰ ਦੇ ਸਰਦੂਲ ਸਿੰਘ ਰੰਧਾਵਾ ਸਾਹਿਬ ਹੁੰਦੇ ਸੀ ਕੋਚ, ਜਿਨ੍ਹਾਂ ਨੇ ਬਹੁਤ ਦੇਣ ਆ ਕਬੱਡੀ ਨੂੰ। ਜਿਹਨੇ ਤਕਰੀਬਨ ਜਿੰਨੇ ਵੀ ਵਧੀਆ ਵਧੀਆ ਪਲੇਅਰ ਆ ਸਾਰੇ ਉਹਨਾਂ ਦੇ ਹੱਥਾਂ ਵਿੱਚੋਂ ਨਿਕਲ ਕੇ ਗਏ ਆ। ਸੋ ਮੈਂ ਵੀ ਉਹਨਾਂ ਦੇ ਹੱਥਾਂ ਵਿੱਚ ਇੱਕ ਨਿਕਲਿਆ। ਉਹਨਾਂ ਨੇ ਮੈਨੂੰ ਮੌਕਾ ਦਿੱਤਾ ਖੇਡਣ ਦਾ। ਅਤੇ ਉਸ ਤੋਂ ਬਾਅਦ ਕਾਲਜ ਗਏ ਆ। ਕਾਲਜ 2 ਸਾਲ ਮੈਂ ਕਾਲਜ ਖੇਡਿਆ DAV ਕਾਲਜ ਜਲੰਧਰ ਵੱਲੋਂ। ਅਤੇ ਮੇਰਾ ਖਿਆਲ ਜਦੋਂ ਅਸੀਂ ਲਾਸਟ ਟਾਈਮ ਮੈਂ 88 'ਚ ਜਿੱਤੇ ਸੀਗੇ, ਉਦੋਂ ਪਹਿਲੀ ਵਾਰੀ ਨੌਰਥ ਜ਼ੋਨ ਦੀ ਇੰਟਰਵਰਸਿਟੀ ਹੋਈ ਸੀਗੀ ਵੱਡੀ ਪੰਜਾਬ ਸਟਾਈਲ ਦੀ, ਜਿਹਦੇ ਵਿੱਚ ਮੈਨੂੰ ਮਾਣ ਪ੍ਰਾਪਤ ਹੋਇਆ ਸੀਗਾ ਵੀ ਐਜ਼ ਏ ਕੈਪਟਨ ਉੱਥੇ ਮੈਂ ਗਿਆ ਸੀਗਾ। ਜਿਹੜੇ ਸੁੱਚਾ ਸਿੰਘ ਰੰਧਾਵਾ ਅੱਜ ਕੱਲ੍ਹ ਹੈਮਿਲਟਨ ਰਹਿੰਦੇ ਆ, ਉਹ ਸਾਡੇ ਕੋਚ ਸੀਗੇ ਯੂਨੀਵਰਸਿਟੀ ਦੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ। ਅਤੇ ਉਦੋਂ ਮੈਨੂੰ ਯਾਦ ਹੈ ਕਿ ਅਸੀਂ ਜਦੋਂ ਉੱਥੇ ਖੇਡੇ ਪਹਿਲਾ ਮੈਚ ਅਸੀਂ ਜਿੱਤੇ ਹਾਂ, ਦੂਜਾ ਅਸੀਂ ਹਾਰੇ ਸੀਗੇ, ਕਿਉਂਕਿ ਸਾਡੇ ਕਾਫੀ ਪਲੇਅਰ ਇੰਟਰਵਰਸਿਟੀ ਖੇਡਣ ਗਏ ਹੋਏ ਸੀ ਨੈਸ਼ਨਲ ਸਟਾਈਲ ਦੀ ਵੀ, ਜਿਵੇਂ ਦੇਬਾ ਭੰਡਾਲ ਸੀਗਾ, ਇਹ ਸਾਰੇ ਗਏ ਹੋਏ ਸੀਗੇ ਇੰਟਰਵਰਸਿਟੀ ਖੇਡਣ। ਅਤੇ ਉੱਥੇ ਸਾਡੇ ਮੈਨੂੰ ਯਾਦ ਹੈ ਕਿ ਸਾਨੂੰ ਸਿਲੈਕਸ਼ਨ ਹੋਈ ਸੀਗੀ, ਸਿੰਗਾਪੁਰ ਟੀਮ ਜਾਣੀ ਸੀਗੀ, ਉਹਦੇ ਵਿੱਚ ਮੇਰਾ ਨਾਂ ਆਇਆ ਸੀਗਾ ਉਸ ਟੀਮ ਦੇ ਵਿੱਚ। ਅਨਫੋਰਚੂਨੇਟਲੀ ਹੋਇਆ ਕਿ ਸੀ ਉਦੋਂ ਥੋੜ੍ਹੇ ਹਾਲਾਤ ਵੀ ਪੰਜਾਬ ਦੇ ਇੱਦਾਂ ਦੇ ਸੀਗੇ, ਅਤੇ ਉਦੋਂ ਇੱਕ ਦਰਬਾਰ ਸਾਹਿਬ 'ਤੇ ਜਿਹੜਾ ਬਲੂ ਥੰਡਰ ਹੋਇਆ ਸੀਗਾ, ਉਹ ਉਸੇ ਸੇਮ ਟਾਈਮ ਦੇ ਦੌਰਾਨ ਹੋਇਆ ਸੀ। ਉਹਦੇ ਕਰਕੇ ਫਿਰ ਉਹ ਟੀਮ ਜਿਹੜੀ ਸਿਲੈਕਸ਼ਨ ਸੀਗੀ ਉਹ ਵਿੱਚੇ ਰਹਿ ਗਿਆ ਸੀਗਾ। ਅਤੇ ਫਿਰ ਮੈਂ ਤੁਹਾਡੀਆਂ ਤਸਵੀਰਾਂ ਦੇ ਵਿੱਚ ਦੇਖ ਰਿਹਾ ਸੀਗਾ ਜਦੋਂ ਤੁਸੀਂ ਇਹ ਕਬੱਡੀ ਇੰਟਰਸਟੇਟ ਉਸ ਸਮੇਂ ਦੇ ਨਾਮੀ ਪਲੇਅਰ ਜਿਹੜੇ ਸੀ ਉਹਨਾਂ ਨਾਲ ਤੁਸੀਂ ਰੇਡਾਂ ਅਤੇ ਉਹਨਾਂ ਦੇ ਅਗੇਂਸਟ ਵੀ ਰੇਡਾਂ ਕਈ ਬਹੁਤ ਧੜਾਂਤਰ ਜਿਹੜੇ ਜਾਫੀ ਸੀ ਉਹਨਾਂ ਦੇ ਅਗੇਂਸਟ ਪਾਈਆਂ। ਸੋ ਉਸ ਦੇ ਬਾਰੇ ਵੀ ਥੋੜ੍ਹਾ। ਜੀ ਹਾਂ, ਬਿਲਕੁਲ ਜ਼ਰੂਰ। ਜਦੋਂ ਫਿਰ ਅਸੀਂ ਕੋਚਾਂ ਦੀ ਨਿਗਾਹ ਚੜ੍ਹੇ ਹਾਂ, ਅਤੇ ਸਰਦੂਲ ਸਿੰਘ ਰੰਧਾਵਾ ਜੀ ਹੁਣਾਂ ਨੇ ਮੈਨੂੰ ਪਿੰਡ ਕਹਿਣ ਆਉਣਾ ਕਈ ਵਾਰੀ ਵੀ ਜਲੰਧਰ ਵੱਲੋਂ ਕਾਕਾ ਆਪਾਂ ਇੱਕ ਮੈਚ ਲਾਉਣਾ ਆ ਅਤੇ ਫਲਾਨੀ ਜਗ੍ਹਾ ਜਾਣਾ, ਅਤੇ ਉਹਨਾਂ ਨੇ ਆਉਣਾ ਪਿੰਡ ਕਹਿਣ। ਫਿਰ ਅਸੀਂ ਜਾਂਦੇ ਰਹੇ। ਫਿਰ ਸਾਡੇ ਅਗੇਂਸਟ ਤਕਰੀਬਨ ਲੁਧਿਆਣੇ ਨਾਲ ਕਾਫੀ ਮੈਚ ਹੁੰਦੇ ਸੀਗੇ, ਜਿਹਦੇ ਵਿੱਚ ਕਾਲਾ ਗਾਜੀ ਨਾਲ ਭੀਮੇ ਹੁਣੀ ਹੁੰਦੇ ਸੀਗੇ, ਅੰਗਰੇਜ਼, ਇਹ ਸਾਰੇ ਆਪਣੇ ਬਿੱਟੂ ਜਿਹੜਾ ਆਪਣੇ ਇਹ ਸਾਰੇ ਹੀ ਪਲੇਜਨ ਬੰਗਰਾਂ ਵਾਲਾ, ਹਾਂ, ਇਹ ਸਾਰੇ ਪਲੇਅਰ ਹੁੰਦੇ ਸੀਗੇ। ਇਹਨਾਂ ਨਾਲ ਖੇਡਣ ਦਾ ਮੌਕਾ ਮਿਲਿਆ। ਫਿਰ ਕਈ ਵਾਰੀ ਅਸੀਂ ਸਾਡਾ ਮੈਚ ਅੱਗੇ ਫਿੱਡੂ, ਹੁਣ ਕਹਿ ਲਈਏ ਕਿ ਕਬੱਡੀ ਦਾ ਜਿਹੜਾ ਰਾਜਾ ਆ ਉਹ ਬਲਵਿੰਦਰ ਸਿੰਘ ਫਿੱਡੂ ਸੀਗੇ।
ਉਹਨਾਂ ਨਾਲ ਵੀ ਖੇਡਣ ਦਾ ਮੌਕਾ ਮਿਲਿਆ, ਉਹਨਾਂ ਦੇ ਅਗੇਂਸਟ ਵੀ ਖੇਡਣ ਦਾ ਮੌਕਾ ਮਿਲਿਆ, ਉਹਨਾਂ ਦੇ ਨਾਲ ਰੇਡਾਂ ਪਾਉਣ ਦਾ ਵੀ ਮੌਕਾ ਮਿਲਿਆ। ਉਦੋਂ ਚਲੋ ਅਸੀਂ ਉੱਠਦੇ ਸੀਗੇ, ਅਸੀਂ ਬਹੁਤ ਕੁਝ ਸਿੱਖਿਆ ਉਹਨਾਂ ਕੋਲੋਂ। ਅਤੇ ਸੋ ਇਹ ਸਾਡੀ ਕਬੱਡੀ ਦਾ ਸਫ਼ਰ ਸੀਗਾ। ਸੋ ਨਿਊਜ਼ੀਲੈਂਡ ਦੇ ਵਿੱਚ ਨੈਚੁਰਲੀ ਤੁਹਾਨੂੰ ਰਜਕ ਆਪਾਂ ਕਹੀਏ ਦਾਣਾ ਪਾਣੀ ਖਿੱਚ ਲਿਆਉਂਦਾ, ਅਤੇ ਫਿਰ ਇੱਥੇ ਆ ਕੇ ਹੈਮਿਲਟਨ ਦੇ ਵਿੱਚ ਜਦੋਂ ਪਹਿਲਾ ਟੂਰਨਾਮੈਂਟ ਹੋਣ ਲੱਗਾ, ਉਸ ਤੋਂ ਪਹਿਲੋਂ ਬਹੁਤ ਘੱਟ ਮੇਰੇ ਖਿਆਲ ਸਾਡੇ ਨਿਊਜ਼ੀਲੈਂਡ ਦਾ ਭਾਈਚਾਰਾ ਜਾਣਦਾ ਸੀ ਕਿ ਵਰਿੰਦਰ ਸਿੰਘ ਬੈਂਸ ਇੱਕ ਕਬੱਡੀ ਦੇ ਨਾਲ ਜੁੜਿਆ ਹੋਇਆ ਨਾਮ ਹੈ। ਸੋ ਉਸ ਸਫ਼ਰ ਦੀ ਵੀ ਜ਼ਰੂਰ ਦਾਸਤਾਨ, ਪਹਿਲੀ ਵਾਰ ਟੂਰਨਾਮੈਂਟ ਕਰਾਉਣਾ, ਖੇਡਣਾ। ਬਿਲਕੁਲ। ਅਸੀਂ ਫਿਰ ਉਹ ਤੁਹਾਨੂੰ ਪਤਾ ਕਿ ਉਦੋਂ ਮੈਂ ਕਾਲਜ ਪੜ੍ਹਦਾ ਸੀਗਾ, ਅਤੇ ਕਾਲਜ ਮੈਂ ਐਡਮਿਸ਼ਨ ਵੀ ਲਿਆ ਹੋਇਆ ਸੀਗਾ, ਫਸਟ ਈਅਰ ਦੇ ਵਿੱਚ ਐਡਮਿਸ਼ਨ ਸੀਗਾ ਮੇਰਾ। ਅਤੇ ਉਦੋਂ ਕੁਦਰਤੀ ਮੇਰੇ ਉਦੋਂ ਹਾਲਾਤ ਵੀ ਬਹੁਤੇ ਪੰਜਾਬ ਦੇ ਚੰਗੇ ਨਹੀਂ ਸੀਗੇ, ਅਤੇ ਸਮਝ ਲਓ ਘਰ ਦੇ ਹਾਲਾਤ ਵੀ ਸਮਝ ਲਓ ਇੰਨੇ ਅਮੀਰ ਪਰਿਵਾਰ 'ਚੋਂ ਨਹੀਂ ਸੀਗੇ। ਸੋ ਉਹਨਾਂ ਨੂੰ ਚੰਗੇ ਆਪਣੇ ਆਪ ਨੂੰ ਚੰਗਾ, ਮਤਲਬ ਆਪਣੇ ਘਰ ਦੇ ਹਾਲਾਤ ਸੁਧਾਰਨ ਲਈ, ਆਪਣੇ ਆਪ ਨੂੰ ਚੰਗੇ ਵੈਲਥ ਬਣਾਉਣ ਲਈ ਅਸੀਂ ਇੱਥੇ ਨਿਊਜ਼ੀਲੈਂਡ, ਮੇਰੇ ਇੱਕ ਦੋਸਤ ਰਹਿੰਦੇ ਸੀਗੇ, ਮੇਰੇ ਵੱਡੇ ਭਾਜੀ ਸੁਖਵਿੰਦਰ ਸਿੰਘ, ਉਹਨਾਂ ਨੇ ਰਿਕੁਐਸਟ ਕੀਤੀ ਅਤੇ ਉਹਨਾਂ ਨੇ ਮੈਨੂੰ ਇੱਥੇ ਸਪੋਂਸਰ ਕੀਤਾ। ਮੈਂ 1989 ਦੇ ਵਿੱਚ ਮੈਂ ਇੱਥੇ ਆਇਆ, ਅਗਸਤ ਦੇ ਵਿੱਚ। ਹਾਂਜੀ, ਅਗਸਤ 89 ਦੇ ਵਿੱਚ ਮੈਂ ਹੈਮਿਲਟਨ ਆਇਆ ਸੀਗਾ, ਔਰ ਉੱਥੇ ਹੀ ਬਸ ਉੱਥੋਂ ਕਬੱਡੀ ਦਾ ਇੱਕ ਸ਼ੁਰੂ ਹੋਇਆ ਕੰਮ ਕਿ ਗੁਰਦੁਆਰਾ ਸਾਹਿਬ ਬੈਠੇ ਹੁੰਦੇ, ਅਕਸਰ ਗੁਰਦੁਆਰਾ ਸਾਹਿਬ ਜਾਈਦਾ ਸੀਗਾ। ਪੁਰਾਣਾ ਸਾਹਿਬ ਤੋਂ ਗੁਰਦੂ ਘਰ ਦਾ ਤੁਹਾਨੂੰ ਪਤਾ ਹੀ ਆ ਕਿ ਤੁਹਾਡੇ ਸ਼ਹਿਰ ਦੇ ਵਿੱਚ ਉਹੀ ਆਕਲੈਂਡ ਦੇ ਵਿੱਚ ਵੀ ਨਹੀਂ ਸੀਗਾ ਉਦੋਂ, ਜਦੋਂ ਪਹਿਲਾਂ ਉਹ ਗੁਰਦੁਆਰਾ ਸਾਹਿਬ ਬਣਿਆ ਸੀਗਾ। ਅਤੇ ਉਸ ਗੁਰਦੁਆਰੇ ਤੋਂ ਬੈਠੇ ਬੈਠੇ 'ਤੇ ਗੱਲ ਹੋਈ, ਅਤੇ ਮੈਂ ਕਿਹਾ ਅਸੀਂ ਇੰਡੀਆ ਤੋਂ ਖੇਡਦੇ ਆਏ ਹਾਂ। ਅਤੇ ਰੁਪਿੰਦਰ ਸਿੰਘ ਸੀਗੇ ਜਿਹੜੇ ਉਦੋਂ ਸਟੇਜ ਸੈਕਟਰੀ ਸੀਗੇ, ਅੱਜ ਕੱਲ੍ਹ ਤਾਂ ਮੇਰਾ ਖਿਆਲ ਉਹ ਦੁਨੀਆ ਦੇ ਵਿੱਚ ਨਹੀਂ ਹਨ। ਹਾਂਜੀ। ਅਤੇ ਉਹਨਾਂ ਨਾਲ ਗੱਲ ਕੀਤੀ, ਕਹਿੰਦੇ ਕੋਈ ਨਹੀਂ, ਆਪਾਂ ਟੂਰਨਾਮੈਂਟ ਰੱਖ ਦਿੰਦੇ ਹਾਂ, ਆਪਾਂ ਕਰਦੇ ਹਾਂ। ਉਹਨਾਂ ਨੇ ਉੱਥੇ ਅਨਾਊਂਸ ਕੀਤਾ, ਅਤੇ ਇੱਥੇ ਫਿਰ ਆਕਲੈਂਡ ਵੀ ਪਤਾ ਲੱਗਾ। ਆਕਲੈਂਡ ਤੋਂ ਫਿਰ ਸਾਰੇ ਰਾਣੇ ਭਾਜੀ ਉਹਨਾਂ ਨੇ ਮੈਨੂੰ ਫੋਨ ਕੀਤਾ, ਕਹਿੰਦੇ ਵੀ ਆਪਾਂ ਇਕੱਠੇ ਖੇਡਾਂਗੇ। ਮੈਂ ਕਿਹਾ ਠੀਕ ਹੈ ਭਾਜੀ, ਕੋਈ ਗੱਲ ਨਹੀਂ। ਫਿਰ ਇੱਥੋਂ ਜਗਜੀਤ ਕੰਗ ਆਪਣੇ ਭਾਜੀ ਹੁੰਦੇ ਸੀ ਬਡਾਲੇ ਵਾਲੇ, ਉਹ ਸੀਗੇ। ਆਪਣੇ ਸੰਘਾ ਸਾਹਿਬ ਹੁੰਦੇ ਸੀ ਜੰਡੂ ਸਿੰਘੇ ਤੋਂ, ਆਪਣੇ ਪੱਪੂ ਭਾਜੀ ਹੁੰਦੇ ਸੀ, ਉਹਨਾਂ ਤੋਂ ਡੈਥ ਹੋ ਗਈ ਆ ਕਾਲਕਟ। ਅਤੇ ਹਰਪਾਲ ਭਾਜੀ ਹੁੰਦੇ ਸੀ, ਬਿੱਲਾ ਅੰਬਰਸਰੀਆ, ਦਾਰਾ ਸਿੰਘ ਭਾਜੀ, ਇਹ ਸਾਰੇ ਇਕੱਠੇ ਹੋ ਕੇ ਫਿਰ ਉੱਥੇ ਗਏ। ਉਹਨਾਂ ਨੇ ਮੀਟਿੰਗ ਕੀਤੀ, ਆਪਸ ਵਿੱਚ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਇਹ ਟੂਰਨਾਮੈਂਟ ਰੱਖਿਆ ਗਿਆ। ਅਸੀਂ ਵੀ ਉੱਥੋਂ ਹੈਮਿਲਟਨ ਤੋਂ ਗ੍ਰਾਈ ਕੀਤੀ, ਇੱਥੋਂ ਗਏ, ਅਤੇ ਇੱਕ ਫਿਰ ਉਦੋਂ ਟੂਰਨਾਮੈਂਟ ਕਰਾਇਆ ਸੀ 1990 ਦੇ ਵਿੱਚ, ਪਹਿਲਾ ਟੂਰਨਾਮੈਂਟ ਜਿਹੜਾ ਅਪ੍ਰੈਲ ਦੇ ਵਿੱਚ ਹੋਇਆ ਸੀਗਾ, ਜਿਹੜਾ ਹੈਮਿਲਟਨ ਤੋਂ ਸ਼ੁਰੂ ਹੋਇਆ ਸੀ। ਸੋ ਉਸ ਦੇ ਵਿੱਚ ਤੁਹਾਨੂੰ ਖਾਸ ਨਾਮ ਵੀ ਮਿਲਿਆ ਸੀਗਾ। ਨੈਚੁਰਲੀ ਮੈਂ ਟਰੋਫੀ ਜਿਹੜੀ ਹੈ ਤੁਹਾਡੀ ਉਹ ਫੋਟੋ ਦੇ ਨਾਲ ਗਰਾਊਂਡ ਬਾਈ ਵਿੱਚ ਬਹੁਤ ਵਾਰ ਦੇਖੀ ਹੈ। ਹਾਂਜੀ, ਉਹ ਮੇਰੇ ਪਹਿਲੇ ਸਾਲ ਦੀ ਉਹ ਟਰੋਫੀ ਆ। ਅਸੀਂ ਪਹਿਲੇ ਸਾਲ ਵਿਨਰ ਰਹੇ ਸੀ, ਰਾਣਾ ਭਾਜੀ ਅਤੇ ਮੈਂ ਦੋਨੇ ਹੀ ਸੀ, ਰੇਡਰ ਸੀਗੇ। ਅਤੇ ਸਾਡੇ ਕੋਲ ਆਪਣੇ ਮਨਜੀਤ ਬੀੜ ਬਾਂਸੀਆਂ ਵਾਲਾ ਜਿਹੜਾ ਆਪਣੇ ਕੈਨੇਡਾ ਵਿੱਚ ਖੇਡਿਆ ਵੀ ਆ, ਅਤੇ ਫੈਡਰੇਸ਼ਨ ਵਿੱਚ ਵੀ ਉਹਦਾ ਕਾਫੀ ਯੋਗਦਾਨ ਆ। ਅਤੇ ਉਹ ਤੋਂ ਇਲਾਵਾ ਗਿੰਦਾ ਲੰਬੜ, ਇਹ ਸਾਡਾ ਇੱਕ ਤੀਰਥਾ ਹੁੰਦਾ ਸੀ, ਬੂਹੇ ਪਿੰਡ ਤੋਂ ਸੀਗਾ। ਅਤੇ ਗੁਰਜੀਤ ਜਿਹੜਾ ਆਸਟ੍ਰੇਲੀਆ ਚਲਾ ਗਿਆ, ਉਹ ਸੀਗਾ। ਅਤੇ ਇੱਕ ਬਿੱਲਾ ਬੜਵੇ ਵਾਲਾ, ਇਹ ਸਾਡਾ ਤੀਜਾ ਰੇਡਰ ਸੀਗਾ, ਬੜਵੇ ਵਾਲਾ ਬਿੱਲਾ। ਅਤੇ ਇੱਦਾਂ ਸਾਡੀ ਇਹ ਟੀਮ ਬਣੀ ਸੀ। ਉਸ ਤੋਂ ਬਾਅਦ ਉਦੋਂ 5 ਟੀਮਾਂ ਸੀਗੀਆਂ, 5 ਟੀਮਾਂ ਦੇ ਵਿੱਚ ਇਹ ਕੰਪੀਟੀਸ਼ਨ ਹੋਇਆ ਸੀ, ਅਤੇ ਅਸੀਂ ਉਹ ਕੰਪੀਟੀਸ਼ਨ ਜਿੱਤਿਆ ਸੀਗਾ। ਸੋ ਦੁਆਬਾ ਸਪੋਰਟਸ ਕਲੱਬ ਦੁਆਬਾ ਕਬੱਡੀ ਦੇ ਵਿੱਚ ਉਹ ਨਾਮ ਬਣ ਗਿਆ, ਜਿਸ ਦੇ ਨਾਲ ਵਰਿੰਦਰ ਸਿੰਘ ਬੈਂਸ ਬਰੇਲੀ ਭਾਜੀ ਦਾ ਨਾਮ, ਬਹੁਤ ਕਬੱਡੀ ਦੇ ਪਲੇਅਰ ਜਿਹੜੇ ਉਸ ਦੇ ਨਾਲ ਜੁੜੇ। ਸੋ ਉਹ ਵੀ ਸਫ਼ਰ ਤੁਹਾਡੇ ਨਾਲ ਹੀ ਚੱਲਦਾ ਰਿਹਾ। ਨੈਚੁਰਲੀ ਇੱਥੇ ਤੁਸੀਂ ਕਬੱਡੀ, ਜੇ ਆਪਾਂ ਗੱਲ ਕਰੀਏ, ਕਿੰਨੇ ਸਾਲ ਨਿਊਜ਼ੀਲੈਂਡ 'ਚ ਕਬੱਡੀ ਖੇਡੀ? ਤਕਰੀਬਨ ਲਾਸਟ ਮੈਚ ਮੈਂ ਦੇਖੋ ਤੁਸੀਂ 89 ਤੋਂ ਲੈ ਕੇ 2009 ਦੇ ਵਿੱਚ ਲਾਸਟ ਮੈਚ ਖੇਡਿਆ ਸੀ ਚੱਕ ਰਣੀ ਗੁਰੂ ਘਰ। ਫਿਰ ਉਸ ਤੋਂ ਬਾਅਦ ਆਸਟ੍ਰੇਲੀਆ ਖੇਡਿਆ ਸੀ। ਉਸ ਤੋਂ ਬਾਅਦ ਮੈਂ ਅਲਵਿਦਾ ਕਹਿ ਤਾ ਸੀ, ਕਿਉਂਕਿ ਇੱਕ ਏਜ ਹੁੰਦੀ ਆ। ਅਤੇ ਉਹ ਇੱਕ ਸਫ਼ਰ ਸੀਗਾ ਸਾਡਾ ਇੱਥੇ ਤੱਕ। 2009 ਤੱਕ ਮੈਂ ਕਬੱਡੀ ਤਕਰੀਬਨ ਨਿਊਜ਼ੀਲੈਂਡ ਦੇ ਵਿੱਚ ਖੇਡੀ ਆ, ਅਤੇ ਵਿੱਚ ਥੋੜ੍ਹਾ ਜਿਹਾ ਇੰਜਰੀ ਵੀ ਰਹੀ ਆ। ਉਸ ਤੋਂ ਬਾਅਦ ਆਪਰੇਸ਼ਨ ਵੀ ਹੋਇਆ, ਉਹ ਥੋੜ੍ਹਾ ਗੈਪ ਵੀ ਰਿਹਾ ਵਿੱਚ, ਪਰ ਫਿਰ ਵੀ 2009 ਦੇ ਵਿੱਚ ਮੈਂ ਲਾਸਟ ਮੈਚ ਖੇਡਿਆ ਸੀਗਾ। ਸੋ ਇਸ ਸਫ਼ਰ ਦੇ ਵਿੱਚ 1990 ਨਿਊਜ਼ੀਲੈਂਡ ਤੋਂ ਲੈ ਕੇ 2009 ਤੱਕ ਦੀ ਆਪਾਂ ਜੇ ਗੱਲ ਕਰਦੇ ਹਾਂ, ਸਭ ਤੋਂ ਹਿਸਟੋਰਿਕ ਜਾਂ ਤੁਹਾਡੇ ਦਿਮਾਗ 'ਚ ਕਿਹੜੇ ਉਹ ਮੈਚ ਆ ਜਾਂ ਕਿਹੜੀਆਂ ਉਹ ਮੂਮੈਂਟਸ ਆ ਜਿਸ ਨੇ ਕਹੀਏ ਕਿ ਹੁਣ ਤੱਕ ਤੁਹਾਡੇ ਨਾਲ ਯਾਦਾਂ ਜੋੜ ਕੇ ਰੱਖੀਆਂ ਹੋਈਆਂ? ਬਹੁਤ ਹੈਗੇ ਆ ਇਹ ਸਾਰੇ ਤਕਰੀਬਨ ਮੈਚ, ਸਾਰੇ ਯਾਦਗਾਰੀ ਆ। ਆਸਟ੍ਰੇਲੀਆ ਵਿੱਚ ਜਿਹੜੇ ਖੇਡਣ ਗਏ ਆ ਮੈਚ, ਉਹ ਸਭ ਤੋਂ ਯਾਦਗਾਰੀ ਰਹੇ ਆ, ਕਿਉਂਕਿ ਉੱਥੇ ਇੱਕ ਡਿਫਰੈਂਟ, ਇੱਥੇ ਲੋਕਲ ਕੰਪੀਟੀਸ਼ਨ ਇੰਨਾ ਬਹੁਤਾ ਟਫ ਨਹੀਂ ਹੁੰਦਾ ਸੀ ਜਿੰਨਾ ਉੱਥੇ ਸੀਗਾ। ਇੱਥੇ ਨਾਲੋਂ ਵਧੀਆ ਸੀਗੇ ਉੱਥੇ ਪਲੇਅਰ, ਅਤੇ ਉੱਥੇ ਜਦੋਂ ਜਾਂਦੇ ਰਹੇ ਹਾਂ ਅਤੇ ਉੱਥੇ ਕਾਫੀ ਟਫ ਮੈਚ ਮਿਲਦੇ ਰਹੇ ਖੇਡਣ ਨੂੰ। ਅਤੇ ਉਹਦੇ ਵਿੱਚ ਇੱਕ ਹੁੰਦਾ ਸੀ, 1-2 ਜਫੇ ਹੁੰਦੇ ਸੀਗੇ, ਪਰ ਇੱਦਾਂ ਸੀਗਾ ਵੀ ਵਧੀਆ ਮੈਚ, ਉੱਥੇ ਵਧੀਆ ਪਰਫੋਰਮੈਂਸ ਰਹੀ ਆ ਆਸਟ੍ਰੇਲੀਆ ਦੇ ਵਿੱਚ। ਇਸੇ ਕਰਕੇ ਆਸਟ੍ਰੇਲੀਆ ਦੇ ਵਿੱਚ ਵੀ ਤਕਰੀਬਨ ਸਾਰੇ ਮੈਨੂੰ ਜਿਹੜੇ ਪੁਰਾਣੇ ਜਿੰਨੇ ਕੁ ਵੀ ਹੈਗੇ ਸਾਰੇ ਜਾਣਦੇ ਆ, ਚੰਗੀ ਤਰ੍ਹਾਂ ਜਾਣਦੇ ਆ। ਔਰ ਜਿੱਥੇ ਆਪਾਂ ਲੋਕਲ ਕਬੱਡੀ ਦੀ ਗੱਲ ਕਰੀਏ, ਫਿਰ ਕਬੱਡੀ ਲੋਕਲ ਇੱਦਾਂ ਹੋਈ ਸੀ ਕਿ ਕਾਫੀ ਬੰਦੇ ਇੱਥੋਂ ਚਲੇ ਵੀ ਗਏ ਸੀ, ਓਵਰਸੀਜ਼ ਚਲੇ ਗਏ ਸੀ। ਫਿਰ ਹੌਲੀ ਹੌਲੀ ਇੱਦਾਂ ਦਾ ਵੀ ਦੌਰ ਆਇਆ ਕਿ
ਇੱਕੋ ਟੀਮ ਰਹਿ ਗਈ, ਉਹਦੇ ਵਿੱਚੋਂ ਡਿਵਾਈਡ ਕਰਕੇ 2 ਬਣਾਉਣੀਆਂ, ਤੇ ਪਰ ਟੂਰਨਾਮੈਂਟ 2 ਹੀ ਹੁੰਦੇ ਸੀ। ਫਿਰ ਬੰਬੇ ਅੰਬੇਦਕਰ ਸਪੋਰਟਸ ਕਲੱਬ ਵਾਲਿਆਂ ਨੇ ਤੀਜਾ ਟੂਰਨਾਮੈਂਟ ਸ਼ੁਰੂ ਕੀਤਾ ਸੀ, ਪਹਿਲਾਂ 2 ਹੀ ਟੂਰਨਾਮੈਂਟ ਹੁੰਦੇ ਸੀ। ਹਾਂਜੀ, ਇੰਟਰਸਟਿੰਗ। ਸੋ ਜੇ ਆਪਾਂ ਗੱਲ ਕਰੀਏ ਭਾਜੀ ਇਸ 2009 ਦੇ ਬਾਅਦ, ਜਿਵੇਂ ਤੁਸੀਂ ਦੱਸਿਆ ਕਿ ਨੈਚੁਰਲੀ ਤੁਸੀਂ ਕਬੱਡੀ ਜਿਹੜੀ ਆ ਖੇਡਣੀ ਰੋਕ ਦਿੱਤੀ, ਲੇਕਿਨ ਕਬੱਡੀ ਨੈਚੁਰਲੀ ਖੂਨ 'ਚੋਂ ਨਹੀਂ ਜਾ ਸਕਦੀ, ਜਿੱਦਾਂ ਤੁਸੀਂ ਗੱਲ ਸ਼ੁਰੂਆਤ ਦੇ ਵਿੱਚ ਕਹੀ ਸੀ। ਉਹਦੇ ਬਾਅਦ ਫਿਰ ਤੁਸੀਂ ਸੰਚਾਲਨ ਦੇ ਵਿੱਚ, ਮੈਨੇਜਮੈਂਟ ਦੇ ਵਿੱਚ ਆ ਗਿਆ, ਬਹੁਤ ਇੰਪੋਰਟੈਂਟ ਰੋਲ ਸੀਗਾ। ਨਿਊਜ਼ੀਲੈਂਡ ਦੀ ਕਬੱਡੀ ਫੈਡਰੇਸ਼ਨ ਬਣੀ। ਨੈਚੁਰਲੀ ਮੈਂ ਨਿੱਜੀ ਤੌਰ 'ਤੇ ਤੁਹਾਡੇ ਨਾਲ ਬਹੁਤ ਨੇੜਿਓਂ ਇਸ ਦੇ ਵਿੱਚ ਵੀ ਕੰਮ ਕੀਤਾ। ਮੈਂ ਉਹ ਤਜਰਬਾ ਸਾਰਾ ਇਸ ਖੇਡ ਦੇ ਵਿੱਚ ਲੈ ਕੇ ਤੁਸੀਂ ਆਏ, ਉਹ ਕਿਸ ਤਰ੍ਹਾਂ ਦਾ ਸੀਗਾ? ਉਸ ਦੇ ਵਿੱਚ ਤੁਹਾਨੂੰ ਪਤਾ ਹੀ ਨਵਤੇਜ, ਜਦੋਂ ਸਾਡੀ ਫਿਰ ਕਹਿੰਦੇ ਹੁੰਦੇ ਪਾਪੂਲੇਸ਼ਨ ਵੱਧਦੀ ਹੈ, ਪੰਜਾਬੀਆਂ ਦੀ ਗਿਣਤੀ ਵਧੀ ਆ, ਫਿਰ ਥੋੜ੍ਹੀ ਓਬਵੀਅਸਲੀ ਸਾਡੇ ਵਿੱਚ ਇੱਕ ਦੂਜੇ ਦੀ ਖਿੱਚੋਤਾਣ ਵੀ ਸ਼ੁਰੂ ਹੋਈ ਹੈ। ਉਹਨੂੰ ਇੱਕ ਲੜੀ 'ਚ ਪਰੋਣ ਲਈ ਅਸੀਂ ਫਿਰ ਕਲੱਬਾਂ ਨੂੰ ਇੱਕ ਥਾਂ ਇਕੱਠੇ ਕਰਨ ਲਈ ਇੱਕ ਫੈਡਰੇਸ਼ਨ ਬਣਾਈ, ਜਿਹਦੇ ਵਿੱਚ ਤੁਹਾਡੇ ਫਾਦਰ ਸਾਹਿਬ ਦਾ ਬਹੁਤ ਵੱਡਾ ਸਹਿਯੋਗ ਸੀਗਾ, ਅਤੇ ਸੁਪਰੀਮ ਸਿੱਖ ਸੁਸਾਇਟੀ ਦਾ ਬੜਾ ਵੱਡਾ ਸਹਿਯੋਗ ਸੀਗਾ। ਅਤੇ ਉਹਦੇ ਵਿੱਚ ਅਸੀਂ ਇਕੱਠੇ ਹੋ ਕੇ ਇੱਕ ਜਦੋਂ ਫੈਡਰੇਸ਼ਨ ਬਣੀ, ਉਹਦੇ ਅੰਡਰ ਸਾਰੀਆਂ ਕਲੱਬਾਂ ਆਈਆਂ। ਕਾਫੀ ਦੇਰ ਉਹ ਚੱਲਦੀ ਰਹੀ, ਫਿਰ ਬਹੁਤਾ ਮੇਰੇ ਖਿਆਲ 7-8 ਸਾਲ ਚੱਲਦੀ ਰਹੀ ਆ ਸਾਡੀ ਫੈਡਰੇਸ਼ਨ ਵੀ ਤਕਰੀਬਨ। ਉਸ ਤੋਂ ਬਾਅਦ ਉਦੋਂ 10 ਟੀਮਾਂ ਖੇਡਦੀਆਂ ਸੀਗੀਆਂ, ਇੱਥੇ ਵੀ ਕਾਫੀ ਟੀਮਾਂ ਹੋ ਗਈਆਂ ਸੀਗੀਆਂ, ਕਾਫੀ ਪਾਪੂਲੇਸ਼ਨ ਵਧੀ ਸੀ, ਆਪਾਂ ਨੂੰ ਲੋਕਾਂ ਨੂੰ ਬੜਾ ਇੰਟਰਸਟ ਹੋ ਗਿਆ ਸੀ, ਇੱਥੇ ਦੇ ਬੱਚਿਆਂ ਨੂੰ ਵੀ। ਫਿਰ 10 ਟੀਮਾਂ ਹੋਈਆਂ ਸੀ। ਫਿਰ ਐਸਾ ਦੌਰ ਵੀ ਆਇਆ ਕਿ ਮੈਂ ਆਪਣੇ ਕੰਮਾਂ ਕਾਰਾਂ 'ਚ ਬਿਜ਼ੀ ਹੋ ਗਿਆ, ਅਤੇ ਮੈਂ ਵੀ ਛੱਡਿਆ ਉਹਦੇ ਵਿੱਚੋਂ। ਫਿਰ ਓਬਵੀਅਸਲੀ ਜੋ ਅੱਜ ਹੋ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਅਸੀਂ ਤਾਂ ਅੱਜ ਵੀ ਇਹੀ ਚਾਹਾਂਗੇ, ਸਾਡੀ ਦੁਆ ਆ ਪ੍ਰਮਾਤਮਾ ਅੱਗੇ ਕਿ ਦੋਵੇਂ ਫੈਡਰੇਸ਼ਨਾਂ ਇੱਕ ਹੋਣ। ਜੇ ਅੱਜ ਕੱਲ੍ਹ ਨੂੰ ਮੈਨੂੰ ਮਾਣ ਸਨਮਾਨ ਮਿਲ ਰਿਹਾ ਆ, ਪਰ ਜੇ ਦੋਵੇਂ ਫੈਡਰੇਸ਼ਨਾਂ ਇਕੱਠੀਆਂ ਹੋ ਕੇ ਮੈਨੂੰ ਇਹ ਮਾਣ ਸਨਮਾਨ ਦਿੰਦੀਆਂ, ਮੈਨੂੰ ਹੋਰ ਵੀ ਖੁਸ਼ੀ ਹੋਣੀ ਸੀਗੀ। ਪਰ ਧੰਨਵਾਦ ਇਸ ਫੈਡਰੇਸ਼ਨ ਦਾ ਵੀ, ਜਿਨ੍ਹਾਂ ਨੇ ਮੈਨੂੰ ਇਸ ਯੋਗ ਸਮਝਿਆ ਔਰ ਮੈਨੂੰ ਇਹ ਐਡਾ ਵੱਡਾ ਮਾਣ ਸਨਮਾਨ ਦੇ ਰਹੇ ਆ ਜੀ। ਅਸੀਂ ਜਲਦ ਹੀ ਹੁਣ ਗੱਲ ਕਰਾਂਗੇ ਪਰਿਵਾਰ ਦੇ ਨਾਲ, ਜਿਨ੍ਹਾਂ ਨੇ ਨੈਚੁਰਲੀ ਸਾਥ ਦਿੱਤਾ। ਸਪੈਸ਼ਲ ਫੀਚਰ ਰੇਡੀਓ ਸਪਾਈਸ। ਇਸ ਸਫ਼ਰ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਐਸਪੈਕਟ ਆਪਾਂ ਸਾਰੇ ਜਾਣਦੇ ਹਾਂ ਕਿ ਇੱਥੇ ਅਸੀਂ ਪਰਿਵਾਰਾਂ ਦੇ ਵਿੱਚ ਵਿਚਰਦੇ ਹੋਏ, ਜਿੱਥੇ ਆਪਣੇ ਰੋਜ਼ਗਾਰ ਦੇ ਨਾਲ, ਆਪਣੀ ਖੇਡ ਦੇ ਨਾਲ ਜੁੜੇ ਹੁੰਦੇ ਹਾਂ, ਉੱਥੇ ਪਰਿਵਾਰ ਦਾ ਵੀ ਟਾਈਮ ਅਸੀਂ ਕੱਢ ਕੇ ਬਹੁਤ ਵਾਰ ਇਹਨਾਂ ਟੂਰਨਾਮੈਂਟ ਸਾਰਾ ਦਿਨ ਆਪਾਂ ਗੁਜ਼ਾਰਦੇ ਹਾਂ। ਕਈ ਵਾਰ ਜਦੋਂ ਓਵਰਸੀਜ਼ ਜਾਈਦਾ ਅਤੇ ਪਰਿਵਾਰ ਉੱਤੇ ਹੋਰ ਜ਼ਿਆਦਾ ਜਿਹੜਾ ਬਾਕੀ ਜ਼ਿੰਮੇਵਾਰੀਆਂ ਜਿਹੜੀਆਂ ਤੁਸੀਂ ਨਿਭਾ ਰਹੇ ਹੁੰਦੇ ਆ, ਉਹਨਾਂ ਦਾ ਵੀ ਭਾਰ ਪੈ ਜਾਂਦਾ। ਸੋ ਜੀਵਨ ਸਾਥਣ ਜੋ ਕਿ ਇਸ ਨੂੰ ਸਮਝਦੀ ਹੈ, ਉਸ ਦਾ ਵੀ ਰੋਲ ਅਸੀਂ ਜ਼ਰੂਰ ਅੱਜ ਕਵਰ ਕਰਨਾ ਚਾਹੁੰਦੇ ਸੀ। ਭਾਬੀ ਜੀ, ਤੁਹਾਨੂੰ ਵੀ ਭਾਜੀ ਦੇ ਨਾਲ ਬਹੁਤ ਬਹੁਤ ਮੁਬਾਰਕਾਂ। ਕਿਵੇਂ ਮਹਿਸੂਸ ਹੋ ਰਿਹਾ? ਬਹੁਤ ਵਧੀਆ ਲੱਗ ਰਿਹਾ ਜੀ, ਅਤੇ ਸਾਰਿਆਂ ਦਾ ਹੀ ਬਹੁਤ ਥੈਂਕ ਯੂ ਜਿਨ੍ਹਾਂ ਨੇ ਇਹਨਾਂ ਨੂੰ ਇੰਨਾ ਵੱਡਾ ਮਾਣ ਬਖਸ਼ਿਆ ਹੈ, ਕਿਉਂਕਿ ਇਹਨਾਂ ਦਾ ਪੈਸ਼ਨ ਸੀ ਕਬੱਡੀ, ਹੈ ਨਾ। ਤਾਂ ਉਹ ਕਬੱਡੀ ਦੇ ਲਈ ਆਪਣੇ ਘਰ ਦੇ ਵੀ ਸਾਰੇ ਕੰਮ ਕਾਰ ਛੱਡ ਕੇ ਹਮੇਸ਼ਾ, ਕਈ ਵਾਰੀ ਈਵਨ ਜੇ ਬੱਚਿਆਂ ਦਾ ਬਰਥਡੇ ਵੀ ਹੋਊਗਾ ਤਾਂ ਉਹ ਤਾਂ ਵੀ ਇਹ ਕਹੂਗਾ ਕਿ ਅਸੀਂ ਅਗਲੇ ਵੀਕ ਸੈਲੀਬ੍ਰੇਟ ਕਰ ਲਵਾਂਗੇ, ਕਿ ਮੇਰਾ ਟੂਰਨਾਮੈਂਟ 'ਤੇ ਜਾਣਾ ਬਹੁਤ ਜ਼ਰੂਰੀ ਹੈ ਨਾ। ਅਤੇ ਅਸੀਂ ਵੀ ਕਦੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਬਿਕੋਜ਼ ਜਿਹੜੇ ਬੰਦੇ ਦਾ ਪੈਸ਼ਨ ਹੀ ਇਹ ਆ, ਉਹਨਾਂ ਨੂੰ ਲੱਗਦਾ ਕਿ ਇਹ ਤੋਂ ਬਿਨਾਂ ਮੈਂ ਕੁਛ ਨਹੀਂ ਹੈਗਾ ਜੀ। ਕਈ ਵਾਰੀ ਅਸੀਂ ਘਰ 'ਚ ਗੱਲ ਵੀ ਕਰਦੇ ਹੁੰਦੇ ਸੀ, ਤਾਂ ਇਹ ਅਸੀਂ ਕਹਿਣਾ ਕਿ ਤੁਸੀਂ ਸਾਰਾ ਟਾਈਮ ਉਹਦਾ ਸਪੈਂਡ ਕਰ ਦਿੰਦੇ ਹੋ। ਕਹਿੰਦੇ ਵੀ ਜੇ ਮੈਂ ਕਬੱਡੀ ਛੱਡ ਦਿੱਤੀ ਤਾਂ ਮਤਲਬ ਇਹ ਹੈ ਕਿ ਮੈਂ ਆਪ ਹੀ ਖਤਮ ਹੋ ਗਿਆ, ਹੈ ਨਾ। ਤਾਂ ਫਿਰ ਅਸੀਂ ਕਦੀ ਇਹਦਾ ਕੋਸ਼ਿਸ਼ ਨਹੀਂ ਕੀਤੀ ਕਿ ਇਹਨਾਂ ਨੂੰ ਵੀ ਤੁਸੀਂ ਇਹ ਤੋਂ ਪਿੱਛੇ ਹਟ ਜਾਓ, ਹੈ ਨਾ। ਤਾਂ ਪਰ ਜਦੋਂ ਪਹਿਲਾਂ ਹੁੰਦਾ ਸੀ ਕਿ ਕਬੱਡੀ ਦੇ ਵਿੱਚ ਸਾਰੇ ਬਹੁਤ ਜ਼ਿਆਦਾ ਪੈਸ਼ਨ ਨਾਲ ਖੇਡਦੇ ਸੀ, ਹੁਣ ਕਬੱਡੀ ਕਮਰਸ਼ੀਅਲ ਤਰੀਕੇ ਨਾਲ ਖੇਲੀ ਜਾਂਦੀ ਹੈ ਜੀ, ਹੈ ਨਾ। ਕਿ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਚੇਂਜ ਹੋ ਗਈਆਂ ਕਬੱਡੀ ਦੇ ਵਿੱਚ ਜੀ। ਤਾਂ ਇਸ ਚੀਜ਼ ਨੂੰ ਚੰਗੇ ਤਰੀਕੇ ਨਾਲ ਵੀ ਦੇਖਦੇ ਆ, ਤਾਂ ਥੋੜ੍ਹਾ ਕੁਛ ਬੈਡ ਚੀਜ਼ਾਂ ਵੀ ਹੈਗੀਆਂ ਆ ਨਾਲ ਦੇ ਨਾਲ। ਹਾਂਜੀ, ਤਾਂ ਪਰ ਆਈ ਗੈਸ ਇਟਸ ਜਸਟ ਪਾਰਟ ਆਫ ਅ ਲਾਈਫ ਕਿ ਬਿਲਕੁਲ। ਸੋ ਬੱਚੀਆਂ ਜਿਹੜੀਆਂ ਜੀ, ਉਹਨਾਂ ਨੇ ਵੀ ਆਪਣੇ ਫਾਦਰ ਦਾ ਜਿਹੜਾ ਟਾਈਮ ਸੀਗਾ ਉਹਨੂੰ ਸ਼ੇਅਰ ਕੀਤਾ ਕਬੱਡੀ ਦੇ ਨਾਲ। ਕਬੱਡੀ ਜਿਹੜੀ ਆ ਉਹ ਉਹਨਾਂ ਦਾ ਟਾਈਮ ਵੀ ਬਾਹਰ ਖਿੱਚ ਕੇ ਲੈ ਗਈ। ਸੋ ਗਰਲਸ, ਹਾਊ ਡੂ ਯੂ ਫੀਲ? Oh, obviously बहुत बढ़िया फील होता है। We're very proud of him. I think उन्होंने life चे ups and downs बहुत देखे है, but he's always had kabaddi to go to. It's his passion, and then he puts all his energy into it, which is really good. And yeah, उन्होंने बहुत obviously passionately serve किया kabaddi ਨੂੰ, and it's really good to see कि उन्होंने recognition भी मिलता है इस चीज़ का, because it's important to feel appreciated as well. So yeah, obviously very proud of him. ਤੁਸੀਂ ਕੁਝ ਕਹਿਣਾ ਚਾਹੋਗੇ ਦੋਨੇ? मैं अपने डैडी से बहुत प्राउड है, बिकॉज उन्होंने बहुत अपनी लाइफ 'ਚ ਔਖਾ ਟਾਈਮ ਦੇਖਿਆ ਹੈ, and he really deserves it. Yeah, absolutely. ਸੋ ਪਰਿਵਾਰ ਦੇ ਨਾਲ ਟਾਈਮ, ਪਰ ਉਸ ਸ਼ਖਸੀਅਤ ਦੇ ਨਾਲ ਵੀ ਅਸੀਂ ਜ਼ਰੂਰ ਇੱਕ ਮਿੰਟ ਗੱਲ ਕਰਨਾ ਚਾਹਾਂਗੇ ਜਿਨ੍ਹਾਂ ਨੇ ਇਹਨਾਂ ਨੂੰ ਇਜਾਜ਼ਤ ਦਿੱਤੀ
ਉੱਥੇ ਕਬੱਡੀ ਖੇਡਣ ਦੀ ਤੇ ਇੱਥੇ ਵੀ ਆਪਣੇ ਸਮੇਂ ਦੇ ਵਿੱਚੋਂ ਕੱਢ ਕੇ ਰਜਕ ਦਾ ਜਿਹੜਾ ਸਮਾਂ ਕਬੱਡੀ ਦੇ ਨਾਲ ਜੋੜਿਆ। ਸੋ ਬੈਂਸ ਸਾਹਿਬ ਮੁਬਾਰਕਾਂ। ਸੀਨੀਅਰ ਜਿੱਥੇ ਅਸੀਂ ਬਰੇਲੀ ਭਾਜੀ ਦਾ ਸਤਿਕਾਰ ਕਰਦੇ ਹਾਂ, ਅਸੀਂ ਪਰਿਵਾਰ ਦੇ ਪੱਖੋਂ ਨੈਚੁਰਲੀ ਤੁਹਾਡਾ ਜਿਹੜਾ ਮਾਣ ਕੱਲ੍ਹ ਨੂੰ ਵੀ ਨਾਲ ਹੀ ਇਹਨਾਂ ਦੇ ਵਧਣਾ, ਕਿਵੇਂ ਮਹਿਸੂਸ ਹੋ ਰਿਹਾ? ਮੈਨੂੰ ਬਹੁਤ ਸੋਹਣਾ ਮਹਿਸੂਸ ਹੋਇਆ ਕਿਉਂਕਿ ਮੈਂ ਮਤਲਬ ਇਹਨੂੰ ਸ਼ੌਕ ਸੀਗਾ ਖੇਡਣ ਦਾ ਜੀ, ਤਾਂ ਮੈਂ ਇਹਨੂੰ ਇੰਟਰਫੇਅਰ ਨਹੀਂ ਕੀਤਾ ਹੈ। ਮਤਲਬ ਮੈਂ ਆਪਣਾ ਜੋਬ ਕਰਦਾ ਸੀਗਾ ਏਅਰਫੋਰਸ ਦੇ ਵਿੱਚ, ਅਤੇ ਮੈਂ ਕਦੀ ਨਹੀਂ ਮਤਲਬ ਇਹ ਸੋਚਿਆ ਸੀ ਭਈ ਇਹ ਇੱਦਾਂ ਕਰੇ ਇੱਦਾਂ ਕਰੇ। ਮਤਲਬ ਠੀਕ ਹੈ, ਬੱਚਾ ਦੀ ਆਪਣੀ ਚੋਇਸ ਹੈ, ਬਸ ਇਹਨੇ ਸੋ ਤੁਸੀਂ ਦੇਖਿਆ ਪਰਿਵਾਰ ਸਾਰਾ ਜੀ ਇਹ ਕਬੱਡੀ ਦੇ ਨਾਲ ਪਰਿਵਾਰ ਜਿਹੜਾ ਉਹਨਾਂ ਨੇ ਕਬੱਡੀ ਨੂੰ ਬਹੁਤ ਕੁਛ ਦਿੱਤਾ। ਸੋ ਅਸੀਂ ਬੈਸਟ ਵਿਸ਼ਜ਼ ਜਿਹੜੀਆਂ ਵਰਿੰਦਰ ਸਿੰਘ ਬੈਂਸ ਬਰੇਲੀ ਭਾਜੀ ਨੂੰ ਦੇਣਾ ਚਾਹਾਂਗੇ, ਸਾਰੇ ਪਰਿਵਾਰ ਨੂੰ ਦੇਣਾ ਚਾਹਾਂਗੇ। ਕੱਲ੍ਹ ਨੂੰ ਆਪਾਂ ਦੇਖਾਂਗੇ ਕਬੱਡੀ ਦੇ ਮੈਦਾਨ ਦੇ ਵਿੱਚ ਇਹਨਾਂ ਨੂੰ ਸਾਰਿਆਂ ਦੇ ਸਾਹਮਣੇ ਜਿਹੜਾ ਇਨਾਮ ਮਿਲਣਾ, ਵੈਲ ਡਿਜ਼ਰਵਡ ਜਿਹੜਾ ਕਬੱਡੀ ਦਾ ਬਾਬਾ ਬੋਰਡ ਵਰਿੰਦਰ ਸਿੰਘ ਬੈਂਸ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਵੱਲੋਂ ਵਰਿੰਦਰ ਸਿੰਘ ਬਰੇਲੀ ਭਾਜੀ ਹੋਣਾ ਨੂੰ ਬਹੁਤ ਬਹੁਤ ਮੁਬਾਰਕਾਂ। ਉਹਨਾਂ ਨੂੰ ਨਿਊਜ਼ੀਲੈਂਡ ਕਬੱਡੀ ਦਾ ਸਭ ਤੋਂ ਵੱਡਾ ਅਵਾਰਡ ਦਿੱਤਾ ਜਾ ਰਿਹਾ ਅਤੇ ਮੈਂ ਤਕਰੀਬਨ 15 ਤੋਂ 17 ਸਾਲ ਉਹਨਾਂ ਨਾਲ ਕਬੱਡੀ ਖੇਡੀ ਵੀ ਹੈ, ਸਿੱਖੀ ਵੀ ਹੈ ਅਤੇ ਉਹ ਡਿਜ਼ਰਵ ਕਰਦੇ। ਦੇ ਹੈਵ ਡਨ ਰੀਅਲੀ ਵੈਲ ਟੂ ਕਬੱਡੀ। ਸੋ ਬਹੁਤ ਬਹੁਤ ਮੁਬਾਰਕਾਂ ਪੂਰੇ ਪਰਿਵਾਰ ਨੂੰ, ਭਾਜੀ ਹੋਣਾ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਰਿੰਦਰ ਭਾਜੀ ਬਰੇਲੀ ਭਾਜੀ ਜੋ ਇੱਥੇ ਨਿਊਜ਼ੀਲੈਂਡ ਵਿੱਚ ਬਹੁਤ ਲੰਮਾ ਸਮਾਂ ਕਬੱਡੀ ਖੇਡੇ ਵੀ ਆ, ਖਿਡਾਈ ਵੀ ਆ, ਅਤੇ ਜਿਨ੍ਹਾਂ ਨੂੰ ਕਿ ਬਾਬਾ ਬੋਰਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅਤੇ ਮੈਨੂੰ ਵੀ ਉਹਨਾਂ ਦੇ ਨਾਲ ਖੇਡਣ ਦਾ ਮਾਣ ਹਾਸਲ ਹੋਇਆ ਕਿ ਜਦੋਂ ਤੋਂ ਮੈਂ ਨਿਊਜ਼ੀਲੈਂਡ ਵਿੱਚ ਆਇਆ ਅਤੇ ਮੈਂ ਤਾਂ ਵਰਿੰਦਰ ਭਾਜੀ ਦੁਆਬਾ ਲਈ ਬਹੁਤ ਲੰਮਾ ਸਮਾਂ ਖੇਡੇ ਆ ਅਤੇ ਡਿਜ਼ਰਵ ਕਰਦੇ ਆ। ਹੀ ਇਜ਼ ਵੈਰੀ ਗੁੱਡ ਮੈਨ। ਅਤੇ ਕਬੱਡੀ ਲਈ ਅੱਜ ਵੀ ਉਹ ਤਤਪਰ ਰਹਿੰਦੇ ਆ। ਜਦੋਂ ਵੀ ਜਿੱਥੇ ਵੀ ਉਹਨਾਂ ਨੂੰ ਸੱਦੀਏ ਕਬੱਡੀ ਲਈ ਟੂਰਨਾਮੈਂਟ 'ਤੇ ਕਿਸੇ ਵੀ ਤਰੀਕੇ ਦਾ ਕੋਈ ਵੀ ਔਰਗਨਾਈਜ਼ ਕਰਨਾ ਹੋਵੇ ਅਤੇ ਉਹ ਹਾਜ਼ਰ ਹੁੰਦੇ ਨੇ। ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਸਤਿ ਸ਼੍ਰੀ ਅਕਾਲ ਜੀ।